A warm welcome everyone to the online platform of Mix Overseas Raje. So ਜਿੱਦਾਂ ਤੁਹਾਨੂੰ ਪਤਾ ਹੀ ਹੈ we have started September to December Q card and today we're going to talk about the next Q card. A Q card is describe an activity that made you feel tired. ਤਾਂ ਤੁਸੀਂ ਕੋਈ ਇਦਾਂ ਦੀ ਐਕਟੀਵਿਟੀ ਕਰਨੀ ਹੈਗੀ ਆ, ਦੇਖੋ ਇਹਦੇ ਵਿੱਚ ਕਿਹੜੀ ਚੀਜ਼ ਆਪਾਂ ਧਿਆਨ ਰੱਖਣਾ ਹੈਗਾ that made you feel tired, ਜਿਹਨੇ ਤੁਹਾਨੂੰ ਜਿਹੜਾ ਹੈਗਾ ਥਕਾ ਦਿੱਤਾ ਹੈ ਨਾ। ਤਾਂ ਆਪਾਂ ਜਿਹੜਾ ਹੈਗਾ ਮਤਲਬ ਕੋਈ ਪਾਸਟ ਦੇ ਵਿੱਚ ਇਦਾਂ ਦੀ ਐਕਟੀਵਿਟੀ ਬਾਰੇ ਗੱਲ ਕਰਨੀ ਹੈ that we have performed and because of that activity we were feeling pretty tired, so we are supposed to gonna talk about that, right? so ਆਪਣੇ ਕੋਲੇ cues ਕਿਹੜੇ ਹੈਗੇ ਆ when and where it took place। ਤਾਂ ਤੁਸੀਂ ਕੋਈ ਐਕਟੀਵਿਟੀ ਗੱਲ ਕਰਨੀ ਹੈ, ਹੁਣ ਦੇਖੋ ਆਪਾਂ ਥੱਕੇ ਹੋਏ ਮਹਿਸੂਸ ਕਰਨਾ ਹੈਗਾ, ਸੋ ਮਤਲਬ we are supposed to talk about a physical activity। ਤੁਸੀਂ ਕਿਸੇ ਫਿਜ਼ੀਕਲ ਐਕਟੀਵਿਟੀ ਦੀ ਗੱਲ ਕਰ ਸਕਦੇ ਹੋ, ਜਿੱਦਾਂ ਤੁਸੀਂ ਕਿਹਾ ਵੀ ਮੈਂ ਸਾਈਕਲਿੰਗ ਕੀਤੀ ਜਾਂ ਮੈਂ ਸਵਿਮਿੰਗ ਕੀਤੀ ਹੈ ਨਾ, ਕੁਛ ਵੀ ਇੱਦਾਂ ਦਾ, ਜਾਂ ਮੈਂ ਕੁਛ ਯੋਗਾ ਪਰਫੋਰਮ ਕੀਤਾ ਜਾਂ ਮੈਂ ਕੋਈ ਫੀਲਡ ਵਰਕ ਕੀਤਾ। ਤਾਂ ਆਪਾਂ ਫੀਲਡ ਵਰਕ ਤੇ ਕਰ ਲੈਂਦੇ ਹੈਗੇ ਆ ਕਿ ਮੈਂ ਫੀਲਡ ਵਰਕ ਕੀਤਾ ਸੀਗਾ ਥੋੜਾ ਬਹੁਤ, ਠੀਕ ਹੈ, ਜਾਂ ਮੈਂ ਆਪਣੇ ਪੇਰੈਂਟਸ ਦੀ ਜਿਹੜੀ ਹੈਗੀ ਆ ਐਗਰੀਕਲਚਰ ਦੇ ਵਿੱਚ ਜਾਂ ਗਾਰਡਨਿੰਗ ਦੇ ਵਿੱਚ ਥੋੜੀ ਬਹੁਤ ਹੈਲਪ ਕੀਤੀ, ਜਿਹਦੀ ਵਜ੍ਹਾ ਕਰਕੇ ਮੈਂ ਜਿਹੜਾ ਹੈਗਾ ਟਾਇਰਡ ਫੀਲ ਕੀਤਾ। ਸੋ ਯੂ ਗੋਣਾ ਟਾਕ ਅਬਾਊਟ ਦੈਟ। ਤਾਂ ਆਪਾਂ ਇਦਾਂ ਕਰਦੇ ਹਾਂ, ਇਹਦੇ ਚੋਂ ਸਾਈਕਲਿੰਗ ਦੀ ਗੱਲ ਕਰ ਲੈਂਦੇ ਹਾਂ। ਤਾਂ ਆਪਾਂ ਕਹਿ ਦੇਵਾਂਗੇ ਕਿ ਸਾਈਕਲਿੰਗ ਦਾ ਕੋਈ ਕੰਪੀਟੀਸ਼ਨ ਸੀਗਾ ਤੇ ਆਈ ਹੈਵ ਪਾਰਟਿਸਿਪੇਟਡ ਇਨ ਦੈਟ ਕੰਪੀਟੀਸ਼ਨ, ਤੇ ਉਹਦੀ ਵਜ੍ਹਾ ਕਰਕੇ ਜਿਹੜਾ ਹੈਗਾ ਮੈਂ ਕਾਫੀ ਜ਼ਿਆਦਾ ਫਿਜ਼ੀਕਲੀ ਟਾਇਰਡ ਹੋ ਗਈ ਸੀ ਐਟ ਦਾ ਐਂਡ ਆਫ ਦਾ ਡੇ, ਠੀਕ ਆ। ਸੋ ਆਪਾਂ ਸਟਾਰਟ ਕੀਤਾ, ਆਪਣੇ ਕਿਊਜ਼ ਹੈਗੇ ਆ when and where it took place। ਤਾਂ ਕਿਤੇ ਵੀ ਕਹਿ ਲਓ, ਮੈਂ ਕਿਹਾ ਵੀ ਬਠਿੰਡਾ ਸਿਟੀ ਦੇ ਵਿੱਚ ਹੀ ਇੱਕ ਕੰਪੀਟੀਸ਼ਨ ਸੀਗਾ ਸਾਈਕਲਿੰਗ ਦਾ, ਜਾਂ ਇੱਕ ਅਵੇਅਰਨੈਸ ਡੇ ਸੀਗਾ, ਜਿਹੜੇ ਦਿਨ ਦੇ ਉੱਤੇ ਜਿਹੜਾ ਹੈਗਾ ਸਿਟੀ ਕਾਉਂਸਲ ਵੱਲੋਂ ਇੱਕ ਸਾਈਕਲਿੰਗ ਦਾ ਕੰਟੈਸਟ ਕਰਵਾਇਆ ਗਿਆ ਸੀ ਐਂਡ ਆਈ ਪਾਰਟਿਸਿਪੇਟਡ ਇਨ ਦੈਟ ਪਾਰਟਿਕੂਲਰ ਕੰਟੈਸਟ। ਕੋਈ ਵੀ ਟਾਈਮ ਦੱਸ ਦਿਓ, ਲਾਸਟ ਮੰਥ on 22nd, ਕੁਛ ਵੀ ਇਦਾਂ ਦਾ ਆਪਾਂ ਟਾਈਮ ਦਾ ਦੇਤਾ। why you took part in it? ਤਾਂ ਮੈਂ ਕਿਹਾ ਕਿ I do love, ਹੈ ਨਾ, ਮੈਨੂੰ ਪਸੰਦ ਹੈਗੀ ਆ, I love cycling and this was an event where all of my friends were participating, so that's the reason why I participated in this particular contest। ਤਾਂ ਮੈਂ ਕਿਹਾ ਵੀ ਜਿਹੜੇ ਮੇਰੇ ਫਰੈਂਡਸ ਸੀਗੇ, ਮੇਰੇ ਸਾਰੇ ਫਰੈਂਡਸ ਵੀ ਇਸ ਪਾਰਟਿਕੂਲਰ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਸੀ, ਤੇ ਇਹ ਰੀਜ਼ਨ ਸੀਗਾ ਜਿਹਦੀ ਵਜ੍ਹਾ ਕਰਕੇ ਮੈਂ ਵੀ ਪਾਰਟਿਸਿਪੇਟ ਕੀਤਾ। what the activity was? So मैं क्या भी we had to reach a destination which was basically 10 kilometers away from the city Bathinda itself, and we were supposed to be there by cycling our bikes or by our bikes। why it made you feel tired? ਤਾਂ ਮੈਂ ਕਿਹਾ ਵੀ although, ਹੁਣ ਦੇਖੋ although ਨਾਲ ਸਟਰਕਚਰ ਬਣਾਈ, ਮੈਂ ਕਿਹਾ ਵੀ ਭਾਵਾਂ ਕਿ ਮੈਂ ਸਾਈਕਲਿੰਗ ਕਰ ਰਹੀ ਹੂੰ ਜਾਂ ਨਾਰਮਲੀ ਮੈਂ ਸਾਈਕਲਿੰਗ ਕਰਦੀ ਹੂੰ, ਹੈ ਨਾ। ਤਾਂ ਮੈਂ ਕਿੱਦਾਂ ਕਿਹਾ, ਮੈਂ ਕਿਹਾ ਵੀ although I am good at cycling or I have been cycling from last 5 months or 6 months, but this activity was quite tiring for me because I have never cycled before for like 10 kilometers, and this is the reason why it was really challenging for me। ਤਾਂ ਮੈਂ ਕਿਹਾ ਵੀ ਇੱਕ ਕਾਰਨ ਸੀਗਾ ਜਿਹਦੀ ਵਜ੍ਹਾ ਕਰਕੇ ਮੈਨੂੰ ਲੱਗਦਾ ਆ ਕਿ ਐਕਟੀਵਿਟੀ ਕੁਆਇਟ ਚੈਲੰਜਿੰਗ ਸੀਗੀ। ਤਾਂ ਆਪਾਂ ਇੱਥੇ ਸਾਈਕਲਿੰਗ ਦੀ ਗੱਲ ਕੀਤੀ, ਜਿੱਥੇ ਤੁਸੀਂ ਜਿਹੜਾ ਹੈਗਾ 10 ਕਿਲੋਮੀਟਰ ਸਾਈਕਲਿੰਗ ਕੀਤੀ, ਠੀਕ ਹੈ। ਫਿਰ ਤੁਸੀਂ ਉਸ ਐਕਟੀਵਿਟੀ ਦੀ ਵਜ੍ਹਾ ਕਰਕੇ ਜਿਹੜਾ ਹੈਗਾ ਫਿਜ਼ੀਕਲੀ ਆਪਾਂ ਕਹਿ ਸਕਦੇ ਹੈਗੇ ਆ ਕਿ ਮੈਂ ਕਾਫੀ ਜ਼ਿਆਦਾ ਟਾਇਰਡ ਹੋ ਗਈ ਸੀਗੀ, ਬਟ ਆਪਾਂ ਕਹਿ ਸਕਦੇ ਹਾਂ ਕਿ ਮੈਂਟਲੀ ਮੈਂ ਕਾਫੀ ਜ਼ਿਆਦਾ ਐਨਰਜੈਟਿਕ ਫੀਲ ਕਰ ਰਹੀ ਸੀਗੀ, ਕਿਉਂਕਿ ਦਿਸ ਐਕਟੀਵਿਟੀ ਇਜ਼ ਕੁਆਇਟ ਔਰ ਵਾਸ ਕੁਆਇਟ ਇੰਟਰਸਟਿੰਗ ਵਰਡ ਯੂਜ਼ ਕਰ ਸਕਦੇ ਹਾਂ ਬੱਚੇ, ਇੰਟਰੀਗਿੰਗ ਵਰਡ ਯੂਜ਼ ਕਰ ਸਕਦੇ ਹਾਂ ਕਿ ਕਾਫੀ ਜ਼ਿਆਦਾ ਇਹ ਐਕਟੀਵਿਟੀ ਮੇਰੇ ਵਾਸਤੇ ਇੰਟਰਸਟਿੰਗ ਸੀਗੀ, ਐਂਡ ਫॉर दिस वेरी रीज़न I've participated in this activity and I've cycled, I went to a place that was 10 kilometer away from my starting location, and it was by the cycle, and because of that I was really tired। ਤੇ ਫਿਰ ਆਪਾਂ ਜਿਹੜੀਆਂ ਚੀਜ਼ਾਂ ਕਹਿਤੀਆਂ ਹੈ ਨਾ ਕਿ ਮੇਰਾ ਪੀਰ ਗਰੁੱਪ ਵੀ ਇਹਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਸੀ, ਮੈਂ ਉਸ ਚੀਜ਼ ਨੂੰ ਵੀ ਮੈਂਸ਼ਨ ਕਰਤਾ, ਜਾਂ ਤੁਸੀਂ ਕਹਿ ਸਕਦੇ ਹੋ ਕਿ all of my friends were participating in this particular activity and this is the reason why I participate in that particular task, है ना। ਤਾਂ ਮੈਂ ਕਿਹਾ ਵੀ ਇਹ ਰੀਜ਼ਨ ਸੀ ਜਿਹਦੀ ਵਜ੍ਹਾ ਕਰਕੇ ਮੈਂ ਪਾਰਟਿਸਿਪੇਟ ਕੀਤਾ ਸੀਗਾ, ਠੀਕ ਹੈ। ਫਿਰ ਆਪਾਂ ਕਹਿ ਸਕਦੇ ਹੈਗੇ ਆ, ਇੱਕ ਇੱਥੇ ਵਰਡ ਯੂਜ਼ ਕਰ ਸਕਦੇ ਆ ਕਿ ਮੈਂ ਕਾਫੀ ਜ਼ਿਆਦਾ ਫਿਜ਼ੀਕਲੀ ਐਗਜ਼ੌਸਟ ਹੋ ਗਿਆ ਸੀਗਾ, है ना। एग्जॉस्ट होना कि मैं काफ़ी ज़्यादा थक गई सी, आई वॉज रियली एग्जॉस्टेड फिजिकली आफ्टर कंप्लीटिंग दिस एक्टिविटी, बट मेंटली आई वॉज रियली एनर्जेटिक बिकॉज इट वॉज अ न्यू एक्सपीरियंस फॉर मी, है ना। तो मैं इत्थे वर्ड यूज़ किया कि ये जिहड़ा हैगा एक न्यू एक्सपीरियंस सीगा। आई मैट मैनी न्यू पीपल ऑन दैट पर्टिकुलर डे,
ਸੋ ਦੈਟ ਵਾਸ ਆਲਸੋ ਇੰਟਰਸਟਿੰਗ। ਸੋ ਇੱਥੇ ਤੁਸੀਂ ਕਨਕਲੂਡ ਕੀਤਾ, ਮੈਂ ਜਿੱਦਾਂ ਕਿਹਾ, ਮੈਂ ਕਿਹਾ ਵੀ ਐਟ ਦ ਐਂਡ ਆਫ ਦ ਡੇ, ਠੀਕ ਹੈ। ਐਟ ਦ ਐਂਡ ਆਫ ਦ ਡੇ ਮਤਲਬ ਮੈਂ ਜਿਹੜਾ ਹੈਗਾ ਇਹਨੂੰ ਮਤਲਬ ਕਨਕਲੂਡ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਮੈਂ ਕਿਹਾ ਵੀ ਐਟ ਦ ਐਂਡ ਆਫ ਦ ਡੇ although this activity was tiring for me as I've work out for like 30 minutes or 40 minutes continuously, but I think this was a new experience of my life and I enjoyed it really much। ਤਾਂ ਮੈਂ ਕਾਫੀ ਜ਼ਿਆਦਾ ਇਸ ਚੀਜ਼ ਨੂੰ ਕੀ ਕੀਤਾ, enjoy ਕੀਤਾ। ਉਸ ਤੋਂ ਬਾਅਦ ਆ ਗਿਆ does studying and learning make people tired today? Yes, of course, like if we do a lot of mental work, ਹੈ ਨਾ, study ਕਰਨਾ, learn ਕਰਨਾ, ਉਹ ਕੀ ਹੈਗਾ, mental work ਹੈਗਾ। ਤਾਂ ਮੈਂ ਕਿਹਾ ਵੀ if one is participating in lot of mental work every day, it can be pretty tiring for them because our brain get exhausted after working for long hours। ਤਾਂ ਸਾਡਾ ਜਿਹੜਾ ਦਿਮਾਗ ਹੈਗਾ ਉਹ ਵੀ ਥੱਕ ਜਾਂਦਾ ਹੈਗਾ। ਤੁਸੀਂ ਪੇਪਰਾਂ ਦੇ ਦਿਨਾਂ 'ਚ ਪੜ੍ਹਾਈ ਕੀਤੀ ਹੋਗੀ, ਯੂਜ਼ ਟੂ ਫੀਲ ਲਾਈਕ ਕਿ ਹਾਏ ਮੇਰਾ ਸਿਰ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਸਟ੍ਰੈਸਡ ਆਊਟ ਹੋ ਗਿਆ। ਸੋ ਵੀ ਕੈਨ ਟਾਕ ਅਬਾਊਟ ਦੈਟ ਥਿੰਗ। what do people usually when do people usually feel tired? ਤਾਂ ਮੈਂ ਕਿਹਾ ਵੀ whenever they work a lot, ਹੈ ਨਾ। ਤਾਂ ਇੱਥੇ ਤੁਸੀਂ ਸਟਰਕਚਰ ਲਾ ਸਕਦੇ ਹੋ ਬੱਚੇ ਕਾਦੀ, ਆਈਦਰ ਤੇ ਔਰ ਦੀ। either or ਦੀ ਸਟਰਕਚਰ ਮੈਂ ਕਿੱਦਾਂ ਲਾਈ, ਮੈਂ ਕਿਹਾ ਵੀ people feel tired when they work a lot either physically or mentally, ਹੈ ਨਾ। ਤਾਂ ਤੁਸੀਂ ਇੱਥੇ ਸਟਰਕਚਰ ਲਾਈ either ਤੇ or ਦੀ, ਜਾਂ ਤਾਂ physically ਜਾਂ ਤੇ mentally। moreover the work they don't enjoy at all, it can also make them feel tired। ਤਾਂ ਕੋਈ ਕੰਮ ਜਿਹੜਾ ਤੁਹਾਨੂੰ ਪਸੰਦ ਨਹੀਂ ਆ, ਤੁਸੀਂ ਕਰਨਾ ਨਹੀਂ ਚਾਹੁੰਦੇ, ਤਾਂ ਉਹ ਕੰਮ ਵੀ ਕੀ ਹੈਗਾ, ਤੁਹਾਨੂੰ tired ਮਹਿਸੂਸ ਕਰਵਾ ਸਕਦਾ ਹੈ। do people have fewer holidays now? ਤਾਂ ਉਹ ਕਹਿੰਦੇ ਕਿ ਕੀ ਲੋਕਾਂ ਦੀਆਂ ਅੱਜ ਕੱਲ੍ਹ ਘੱਟ ਹੌਲੀਡੇਜ਼ ਹੈਗੀਆਂ। ਡੂ ਪੀਪਲ ਹੈਵ ਫਿਊਅਰ ਹੌਲੀਡੇਜ਼ ਨਾਓ ਦੈਨ ਦ ਪਾਸਟ? ਤਾਂ obviously it is true, ਹੈ ਨਾ। ਮੈਂ ਕਿਹਾ ਵੀ well it is true I believe nowadays people work more as compared to the past। ਤਾਂ ਤੁਸੀਂ ਇੱਥੇ as compare to ਦੇ ਨਾਲ ਕੰਪੈਰੀਜ਼ਨ ਕਰ ਦੇਣਾ, ਹੈ ਨਾ। ਜਿੱਦਾਂ ਤੁਸੀਂ ਕਹਿ ਸਕਦੇ ਹੈਗੇ ਆ ਕਿ for example my grandparents both were in the field of farming and they used to have a lot of free time, a lot of holidays, and whenever they don't want to work, so they stopped working at all। So but nowadays my family and I, we are working in multinational companies, so we don't have many holidays। and if we talk about the culture in multinational companies, they don't give holidays on the local events, ਹੈ ਨਾ। ਕੋਈ ਲੋਕਲ ਇਵੈਂਟ ਹੈਗਾ ਤਾਂ ਉਹਦੇ ਤੇ ਉਹ holidays ਨਹੀਂ ਦੇਣਗੇ, ਜਦ ਕਿ ਇਦਾਂ ਦੀ ਚੀਜ਼ ਪਾਸਟ 'ਚ ਨਹੀਂ ਹੁੰਦੀ ਸੀ। ਸੋ ਮੈਂ ਕਹਿ ਸਕਦੀ ਹਾਂ ਕਿ nowadays people are enjoying fewer and fewer holidays as compared to the past। ਤਾਂ fewer and fewer ਦੀ ਤੁਸੀਂ ਇੱਥੇ ਸਟਰਕਚਰ ਲਾਤੀ ਕਿ ਘੱਟ ਤੋਂ ਘੱਟ holidays ਜਿਹੜੀਆਂ ਹੈਗੀਆਂ ਲੋਕ ਅੱਜ ਦੇ ਟਾਈਮ ਦੇ ਵਿੱਚ enjoy ਕਰ ਰਹੇ ਨੇ। So that's all for today's class।